अस्सलाम वालेकुम। वालेकुम अस्सलाम जी। भाईजान की ना है ਤੁਹਾਡਾ? मुश्ताक मेरा नाम जी, चौधरी मुश्ताक। ਚੌਧਰੀ ਮੁਸ਼ਤਾਕ ਸਾਹਿਬ ਕਿਹੜਾ ਪਿੰਡ ਹੈ? ਅਮਲਪੁਰ। ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ 'ਚ? ਜਾਨਵਰਾਂ 'ਚ ਸਾਨੂੰ ਜੀ ਤਕਰੀਬਨ ਕੋ 20 ਸਾਲ ਹੋ ਗਏ ਨੇ। ਪਹਿਲੇ ਕੀ ਕਰਦੇ ਸੋ? ਪਹਿਲੇ ਮੈਂ ਲਾਹੌਰ ਦੇ ਵਿੱਚ, ਮੇਰਾ ਮਤਲਬ ਹੈ ਉੱਥੇ ਵੀ ਤਕਰੀਬਨ ਜਾਨਵਰਾਂ ਦਾ ਹੀ ਕੰਮ ਸੀ। ਅੱਛਾ ਯਾਨੀ ਕਿ ਉੱਥੇ ਵੀ ਮਈਆਂ ਰੱਖੀ ਦੀਆਂ ਸਨ। ਮੈਂ ਕੁਝ 6-7 ਸਾਲ ਉੱਥੇ ਰਿਹਾ। ਅੱਛਾ। ਉਸ ਤੋਂ ਬਾਅਦ ਇੱਥੇ ਆਇਆ, ਆ ਕੇ ਤੇ ਇੱਥੇ ਵੀ ਜਾਨਵਰਾਂ ਦਾ ਕਾਰੋਬਾਰ ਕੀਤਾ। ਸਹੀ ਹੈ। ਅੱਛਾ ਮੁਸ਼ਤਾਕ ਸਾਹਿਬ, ਮੁੱਕ ਦੀ ਗੱਲ ਮੁਕਾਣੀ ਜੇ ਜਾਨਵਰਾਂ ਦੇ ਕੰਮ ਨੂੰ ਕਿਸ ਤਰ੍ਹਾਂ ਦਾ ਕੰਮ ਕਹੋਗੇ? ਬਹੁਤ ਅੱਛਾ ਕੰਮ ਹੈ ਜੀ। ਇਨਸਾਨ ਮਿਹਨਤ ਕਰੇ, ਇਹਦੇ ਵਿੱਚ ਕੋਈ ਕਮੀ ਘਾਟਾ ਨਹੀਂ। ਤੇ ਜਿਹੜੇ ਲੋਕ ਆਂਦੇ ਨੇ ਕਿ ਜੀ ਸਾਨੂੰ ਬੜਾ ਨੁਕਸਾਨ ਹੋਇਆ, ਬੜਾ ਘਾਟਾ ਹੋਇਆ, ਦੇਖੋ ਜੀ, ਉਹਨਾਂ ਲੋਕਾਂ 'ਚ ਇਹ ਕਮਜ਼ੋਰੀਆਂ ਨੇ ਕਿ ਹੁਣ ਮੇਰਾ ਮਤਲਬ ਹੈ ਟਾਈਮ ਸਿਰ ਜਦੋਂ ਇਹ ਬਰਸਾਤ ਲੰਘਣੀ ਹੈ ਜੀ, ਕਮ ਅਜ਼ ਕਮ 2-4 ਮਹੀਨੇ ਬਾਅਦ ਇਹਨਾਂ ਡੰਗਰਾਂ ਨੂੰ ਕਿਰਮਾਂ ਦੀਆਂ ਦਵਾਈਆਂ ਚਾਹੀਦੀਆਂ ਨੇ। ਸਹੀ ਹੈ। ਉਹ ਦਵਾਈਆਂ ਦਈਏ ਤੇ ਅੱਲਾ ਦੀ ਮਿਹਰਬਾਨੀ ਨਾਲ ਡੰਗਰਾਂ ਦਾ ਨੁਕਸਾਨ ਨਹੀਂ ਹੁੰਦਾ, ਡੰਗਰ 'ਚ ਫਾਇਦਾ ਹੀ ਫਾਇਦਾ। ਹੋਰ ਕੀ ਕੀ ਇਹਤਿਆਤ ਕਰੀਏ? ਇhtiyat ਇਹ ਹੈ ਕਿ ਆਪਣੇ ਚਾਰੇ ਛਾਰੇ ਦਾ ਇhtiyat ਕਰੀਏ। ਇਹਨਾਂ ਨੂੰ ਨਸਲੀ, ਮੇਰਾ ਮਤਲਬ ਸਾਡੇ ਇਲਾਕੇ ਦੇ ਵਿੱਚ ਤੇ ਇਹਨਾਂ ਜੰਗਲ 'ਚ ਚਰ ਕੇ ਆਣਾ ਇਹਨਾਂ ਨੇ। ਜਿਹੜੇ ਚਰ ਕੇ ਆਉਣਗੀਆਂ ਇੱਥੇ ਆ ਕੇ ਪੱਠੇ ਖਾਣਗੀਆਂ, ਉਹ ਪੱਠੇ ਅੱਛੇ ਹੋਣੇ ਚਾਹੀਦੇ ਨੇ। ਸਹੀ ਹੈ। ਐ ਨਾ ਹੋਵੇ ਬਈ ਗੰਦ ਬਲਾ ਦੇ ਵਿੱਚ ਹੀ ਇਹਨਾਂ ਨੂੰ ਲਾ ਦਈਏ, ਜੜੀ ਬੂਟੀਆਂ ਪੁਖਲਾਈਏ, ਇਹੋ ਕਿ ਅੱਛੀ ਖੁਰਾਕ ਦਈਏ ਇਹਨਾਂ ਨੂੰ ਤੇ ਅੱਛਾ ਹੀ ਫਿਰ ਸਾਨੂੰ ਫਲ ਦੇਣਗੀਆਂ। ਸਹੀ ਹੈ। ਤੇ ਜਾਨੀ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਇਸ ਇਲਾਕੇ ਵਿੱਚ ਦਰਿਆ ਵੀ ਹੈ, ਡੰਗਰ ਚਰਦੇ ਵੀ ਨੇ ਜੀ, ਉਸ ਦੇ ਬਾਵਜੂਦ ਇਹਨਾਂ ਨੂੰ ਅੱਛਾ ਪੱਠਾ ਖਿਲਾਇਆ ਜਾਏ ਜੀ, ਤੇ ਤਾਂ ਕਿ ਅੱਛਾ ਰਿਜ਼ਲਟ ਦੇਣ? ਬਿਲਕੁਲ। ਹੁਣ ਤੁਸੀਂ ਇਹ ਦੱਸਣਾ ਹੈ ਕਿ ਵੰਡੇ ਜਿਹੜੇ ਅੱਛਾ ਵੰਡਾ ਉਹਦੇ ਵਿੱਚ ਕੀ ਕੀ ਸ਼ਾਮਲ ਹੋਏ? ਦੇਖੋ ਜੀ, ਹੁਣ ਇੱਥੇ ਮੇਰਾ ਮਤਲਬ ਅਸੀਂ ਜਿਹੜਾ ਵੰਡਾ ਪਾਉਂਦੇ ਆ ਨਾ, ਇਹ ਤੇ ਆਮ ਚੌਕਰ ਤੇ ਇਹ ਜਿਹੜੀ ਬਣਿਆ ਵੰਡਾ ਆਂਦਾ ਰਲੇ ਦਾ, ਉਹ ਪਾਉਂਦੇ ਆ। ਇੱਥੇ ਘਰਾਂ ਦੇ ਵਿੱਚ ਅਸੀਂ ਮਕਈ ਚਰੀ ਦਾ ਇੱਕ ਸਾਲਟ ਬਣਾਉਂਦੇ ਆ। ਸਹੀ ਹੈ। ਉਹ ਸਾਲਟ ਬਣਾ ਕੇ ਇਹਨਾਂ ਨੂੰ ਪਾਉਂਦੇ ਆ, ਜਿੰਨਾ ਦੁੱਧ ਅਸੀਂ ਆਖੀਏ ਇੰਨਾ ਦਿੰਦੇ ਨੇ। ਅੱਛਾ ਜੀ। ਤੇ ਜ਼ਰਾ ਸਾਨੂੰ ਇੱਕ ਫਾਰਮੂਲਾ ਦੱਸਿਓ ਹਾਂ ਕਿ ਇੱਕ ਜਾਨਵਰ ਨੂੰ ਜਿਹੜੀ ਚੰਗੀ ਨਸਲ ਦੀ ਮੱਝ ਹੈ ਜੀ, ਉਹਨੂੰ ਕਿੰਨਾ ਕੁ ਅਸੀਂ ਵੰਡਾ ਪਾਈਏ ਜੀ, ਔਰ ਵੰਡੇ 'ਚ ਕੀ ਕੀ ਸ਼ਾਮਲ ਕਰੀਏ ਤਾਂ ਕਿ ਉਹਦੀ ਗ਼ਜ਼ਾਈ ਜ਼ਰੂਰੀਅਤ ਵੀ ਪੂਰੀਆਂ ਹੋਣ, ਜਾਨਵਰ ਸਿਹਤਮੰਦ ਵੀ ਹੋਏ ਔਰ ਦੁੱਧ ਵੀ ਵਧੇ। ਸਾਡੇ ਲੋਕ ਜਿਹੜੇ ਨੇ ਜੀ ਕੰਜੂਸੀ, ਇੱਕ ਇੱਕ ਦੋ ਦੋ ਜਿਨ੍ਹਾਂ ਨੇ ਡੰਗਰ ਰੱਖਿਆ ਨਾ, ਜੀ, ਉਹ ਪੂਰਾ ਵੰਡਾ ਨਹੀਂ ਪਾਉਂਦੇ। ਸਹੀ ਹੈ। ਪਿੱਛੋਂ ਕਹਿੰਦੇ ਨੇ ਕਿ ਸਾਨੂੰ ਯਾਰ ਇਹ ਜੋ ਬਚਿਆ ਕੱਖ ਨਹੀਂ, ਇਹ ਹੈ ਉਹ ਹੈ। ਅਸੂਲੀ ਤੌਰ ਤੇ ਡੰਗਰ ਨੂੰ ਪੂਰਾ ਚਾਰਾ ਦਿੱਤਾ ਜਾਏ ਤੇ ਇਨਸ਼ਾਅੱਲਾ ਡੰਗਰ ਹੱਕ ਨਹੀਂ ਰੱਖਦਾ। ਅਗਰ 1000 ਰੁਪਏ ਦਾ ਦੁੱਧ ਜਾਂਦਾ ਹੈ ਨਾ, 500 ਰੁਪਇਆ ਬੰਦੇ ਨੂੰ ਬਚਤ ਹੁੰਦੀ ਹੈ। ਬਿਲਕੁਲ, ਤੁਸੀਂ ਸੁਥਰੀ ਗੱਲ ਕੀਤੀ ਹੈ, 100%। ਬਿਲਕੁਲ ਠੀਕ ਹੈ ਨਾ? ਇਹ ਤੁਸੀਂ ਸਹੀ ਦੱਸਿਆ ਕਿ ਇਹਦੇ ਵਿੱਚ ਅੱਧੋ ਅੱਧ ਬਚਤ ਹੈ। ਅੱਧੋ ਅੱਧ ਤੇ ਬਚਤ। ਅਗਰ ਬਚਤ ਨੂੰ ਵਧਾਉਣਾ ਹੋਏ ਤਾਂ ਕੀ ਕਰੀਏ? ਦੇਖੋ ਜੀ, ਉਹਦੇ ਨਾਲ ਇਹ ਹੈ ਕਿ ਮਜ਼ੀਦ ਅਗਰ ਤੁਸੀਂ ਵਧਾਉਣਾ ਹੈ, ਚਾਰਾ ਜਿਹੜਾ ਨਾ ਪੱਠੇ ਜੀ ਘੱਟ ਕਰ ਲਓ, ਥੋੜੇ ਜਿਹੇ ਸਬਜ਼ ਚਾਰਾ, ਸਬਜ਼ ਚਾਰਾ ਘੱਟ ਕਰ ਲਓ। ਉਹਦਾ ਕੀ ਨੁਕਸਾਨ ਹੈ? ਨੁਕਸਾਨ ਤੋਂ ਮੁਰਾਦ ਹੈ ਕਿ ਤਸੱਲੀ ਜੋ ਕਰਾਣੀ ਡੰਗਰ ਦੀ, ਉਹਨੂੰ ਥੋੜਾ ਜਿਹਾ ਵੰਡਾ ਓਵਰ ਕਰ ਲਓ। ਅੱਛਾ। ਇੱਥੇ ਇਸ ਇਲਾਕੇ ਦੇ ਵਿੱਚ ਬਹੁਤਾ ਨਹੀਂ, ਮੈਂ ਕਹਿੰਦਾ ਕਿ 15 ਤੋਂ 16 ਕਿਲੋ ਤੱਕ ਮੱਝ ਜਾ ਸਕਦੀ ਹੈ। ਗਾਂ ਜਿਹੜੀ ਹੈ 20 ਕਿਲੋ ਤੱਕ ਜਾ ਸਕਦੀ ਹੈ। ਸਹੀ ਹੈ। ਔਰ ਜਿਹੜੀ ਅੱਛੀ ਨਸਲ ਦੀਆਂ ਮੱਝਾਂ ਜਿਹੜੀਆਂ 25 ਦਿੰਦੀਆਂ ਨੇ, ਉਹ 30 ਤੱਕ ਜਾ ਸਕਦੀਆਂ। ਉਹ ਸਰ ਜੀ ਵਜ੍ਹਾ ਪਤਾ ਕਿ ਉਹ ਜ਼ਿਆਦਾ ਜਾ ਸਕਦੀਆਂ। ਮੱਝ ਜਿਹੜੀ ਹੈ ਨਾ, ਇਹ ਸਾਡੇ ਏਰੀਏ ਸਿਆਲਕੋਟ ਦੇ ਵਿੱਚ ਜੀ 20 ਤੋਂ 22 ਐਂਡ ਹੈ। ਅੱਛਾ। ਐਵੇਂ ਲੋਕੀ ਪੇ ਮਾਰਦੇ ਨੇ, ਜਿਹੜੇ ਗੜਬੀ ਮਾਰੀਏ ਪਤਾ ਫਿਰ ਲੱਗਦਾ। ਹੂੰ। ਕਹਿਣ ਨੂੰ ਤੇ ਲੋਕ ਕਹਿ ਛੱਡਦੇ ਨੇ ਮੇਰੀ ਮੱਝ 9 ਡੱਬੇ ਦੁੱਧ ਦਿੰਦੀ ਹੈ, ਪਰ 9 ਲੈਣ ਵਾਸਤੇ ਹਿੰਮਤ ਚਾਹੀਦੀ ਹੈ। ਸਹੀ ਹੋ ਗਿਆ। ਸਭ ਸਾਨੂੰ ਇੱਕ ਸਕੀਮ ਦੱਸੋ ਕਿ ਇੱਕ ਨਵਾਂ ਬੰਦਾ ਕਹਿੰਦਾ ਜੀ ਮੈਂ ਜ਼ਮੀਨ ਤੋਂ ਬਗੈਰ ਆ ਕੰਮ ਕਰਨਾ ਚਾਹੁੰਦਾ ਵਾਂ, ਉਹ ਇਹ ਕੰਮ ਕਿਸ ਤਰ੍ਹਾਂ ਕਰੇ ਔਰ ਜਿਹੜੇ ਬੰਦੇ ਦੀ ਜ਼ਮੀਨ ਹੈ ਉਹ ਇਹ ਕੰਮ ਕਿਸ ਤਰ੍ਹਾਂ ਕਰੇ? ਬਾਤ ਇਹ ਹੈ ਜੀ, ਜਿਹੜਾ ਨਾ ਜ਼ਿਮੀਂਦਾਰ ਉਹਨੂੰ ਚਾਰਾ ਫ੍ਰੀ ਪੈ ਜਾਂਦਾ। ਠੀਕ ਹੈ। ਕਿਉਂਕਿ ਉਹਨੇ ਆਪਣਾ ਬੀਜਣਾ ਤੇ ਆਪਣੇ ਚਾਰੇ 'ਚ ਬੜੇ ਫਰਕ ਹੁੰਦੇ ਨੇ। ਉਹਨੇ ਤੇ ਜਿੰਨਾ ਚਾਰਾ ਆਪਣੇ ਘਰ ਦਾ ਦੇਣਾ, ਇਹਨਾਂ ਤੇ ਨਫਾ ਲੈਣਾ ਉਹਨੇ। ਤੇ ਜਿਸ ਬੰਦੇ ਦਾ ਜ਼ਮੀਨ ਕੋਈ ਨਹੀਂ, ਅਗਰ ਉਹਨੇ ਡੰਗਰ ਰੱਖਣੇ ਨੇ, ਉਹਨੂੰ ਤਕਰੀਬਨ ਮੇਰਾ ਖਿਆਲ ਹੈ 50% ਰਕਮ ਬਚਤ ਹੈ। ਅਗਰ ਉਹ 100 ਦਾ ਕਾਰੋਬਾਰ ਕਰਦਾ, ਉਹਨੂੰ 50 ਬਚਦੇ ਨੇ। ਸਹੀ ਹੈ। ਯਾਨੀ ਅਗਰ ਉਹ 100 ਕਮਾਉਂਦਾ ਹੈ ਹਾਂ ਤੇ ਉਹਨੂੰ 50 ਬਚਣਗੇ। ਦੇਖੋ, ਜਿਹੜੇ ਲੋਕਾਂ ਦੇ ਆਪਣਾ ਹੁਣ ਚਰੀ ਸਟਾਲਾ ਛੋਟਾ ਮੋਟਾ ਜਿਹੜਾ ਸਾਡੇ ਕੋਲ ਚਾਰਾ ਹੈ, ਅਗਰ ਸਾਡੇ ਘਰ ਦਾ, ਉਹਦਾ ਤੇ ਇਹੋ ਹੀ ਬੀਜਣ ਸੀਜਨ ਦਾ ਹੀ ਖਰਚਾ ਹੈ। ਜ਼ਮੀਨ ਤਾਂ ਸਾਡੀ ਆਪਣੀ ਹੈ। ਲੇਕਿਨ ਜਿਹੜੇ ਲੋਕ ਨੇ ਨਾ ਆਪਣੇ, ਜਿਨ੍ਹਾਂ ਕੋਲ ਨਹੀਂ ਪੈਲੀ, ਉਹਨਾਂ ਮੁੱਲ ਲੈ ਕੇ ਚਾਰਨਾ, ਫਿਰ ਮੁੱਲ ਦੀ ਕੀਮਤ ਜਿਹੜੀ ਹੈ ਨਾ ਉਹ ਲੱਗਣੀ ਹੈ। ਯਾਨੀ ਤੁਸੀਂ ਸਾਨੂੰ ਇਹ ਦੱਸਿਆ ਕਿ ਇੱਕ ਮੱਝ ਅਗਰ 1000 ਰੁਪਇਆ ਕਮਾਵੇ, ਉਹਦੇ ਚ 500 ਬਚਦਾ, 500 ਬਚਦਾ। ਤੇ ਜਿਹਦੇ ਪੱਠੇ ਮੁੱਲ ਦੇ ਲੈਣੇ ਨੇ ਜੀ, ਉਹਨੂੰ 250 ਬਚਦਾ। ਉਹਨੂੰ ਨਹੀਂ 100 ਖੰਡ ਦਾ ਫਰਕ ਪੈਂਦਾ ਜੀ, ਮੱਝ ਪਿੱਛੇ 100 ਖੰਡ ਦਾ ਫਰਕ। ਯਾਨੀ ਉਹਨੂੰ 400 ਬਚੇਗਾ। ਹਾਂ, ਠੀਕ ਹੋ ਗਿਆ। ਐਨਾ ਹੀ ਫਰਕ ਹੈ। ਸਹੀ ਹੈ। ਯਾਨੀ ਇੱਕ ਬੰਦਾ ਮੁੱਲ ਲੈ ਕੇ ਅਗਰ ਉਹਨੂੰ ਵੀ ਤਕਰੀਬਨ 40% ਦੇ ਚੋਂ ਲੱਭ ਸਕਦਾ। ਬਿਲਕੁਲ ਲੱਭ ਸਕਦਾ। ਤੇ ਜਿਹੜਾ ਬੰਦਾ ਮੁੱਲ ਦੇ ਜਿਹਦੇ ਪੱਠੇ ਨਹੀਂ, ਉਹ 50 ਤੋਂ 60 ਕਮਾ ਸਕਦਾ। ਬਿਲਕੁਲ। ਤੇ ਫਿਰ ਇਹ ਬਹੁਤ ਜ਼ਿਆਦਾ ਮਾਰਜਨ ਤੇ ਨਾ ਹੋਇਆ?
ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੈ ਚੋਰੀ ਸਾਹਿਬ, ਤੁਸੀਂ ਦੇਖਦੇ ਹੋ ਨਾ ਕਿ ਅਗਰ ਮੈਂ ਮੇਰੇ ਆਪਣੀ ਪੈਲੀ 'ਚ ਬੀਜਣਾ, ਉਹਦੇ 'ਚ ਮੈਂ ਮਸਾਲਾ ਪਾਉਣਾ ਹੈ, ਜ਼ਮੀਨ ਨੂੰ ਤਿਆਰ ਕਰਨਾ ਹੈ, ਉਹਦੇ ਵਿੱਚ ਬੀਜ ਪਾਉਣਾ ਹੈ, ਫਿਰ ਉਹਨੂੰ ਤਿਆਰ ਵਕਤ ਨਾਲ ਕਰਕੇ ਪਾਣੀ ਲਾ ਕੇ ਤਿਆਰ ਕਰਕੇ ਲੈਣਾ ਹੈ। ਜੀ। ਤੇ ਜਿਸ ਬੰਦੇ ਨੇ ਮੁੱਲ ਲੈਣਾ ਉਹਨੇ ਤੇ ਚੋਰੀ ਸਾਹਿਬ ਆ ਕੇ 2200 ਦੀ ਕਨਾਲ ਲੈ ਕੇ ਤੇ ਪਾ ਲੈਣੀ ਹੈ। ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹਨੂੰ ਵੀ ਮੁੱਲ ਦਾ ਲੇਕਿਨ ਇਹ ਮਾਮੂਲੀ ਜਿਹਾ ਫਰਕ ਜਿਹੜਾ ਨਾ ਪੈ ਜਾਂਦਾ ਮੁੱਲ ਵਾਲੇ। ਯਾਨੀ ਕਿ ਤੁਸੀਂ ਇੱਕ ਬੜਾ ਸਾਨੂੰ ਨੁਕਤਾ ਸਮਝਾ ਰਹੇ ਹੋ ਜੀ ਕਿ ਜਿਹੜੇ ਬੰਦੇ ਆਂਦੇ ਨੇ ਇਹ ਬੰਦਾ ਕੰਮ ਨਾ ਕਰੇ ਜਿਹਦੀ ਪੈਲੀ ਨਹੀਂ ਜੀ, ਤੇ ਉਹ ਫਿਰ ਗਲਤ ਕਹਿੰਦੇ ਨੇ। ਗਲਤ ਕਹਿੰਦੇ ਨੇ ਜੀ, ਯਾਨੀ ਪੈਲੀ ਤੋਂ ਬਗੈਰ ਵੀ ਕੰਮ ਕੀਤਾ ਜਾ ਸਕਦਾ ਹੈ। ਕੀਤਾ ਜਾ ਸਕਦਾ ਹੈ। ਅੱਛਾ, ਹੁਣ ਪੈਲੀ ਤੋਂ ਬਗੈਰ ਦੇ ਨਾ ਤੁਸੀਂ ਸਾਨੂੰ ਇੱਕ ਤਫਸੀਲੀ ਡਿਟੇਲ ਦੱਸੋ ਜੀ। ਇੱਕ ਬੰਦਾ ਕਹਿੰਦਾ ਹੈ ਕਿ ਮੈਂ ਪੈਲੀ ਮੁੱਲ ਦੀ ਨਹੀਂ ਲੈ ਸਕਦਾ, ਮੈਂ ਸਾਇਲਜ ਜਿਹੜਾ ਨਾ 1 ਸਾਲ ਪੂਰੇ ਦਾ ਇਕੱਠਾ ਕਰ ਲੈਣਾ ਵਾ, ਸਾਲੇ ਦੇ ਉੱਤੇ ਉਹ ਸਾਰੇ ਸਾਲ ਡੰਗਰ ਚਲਾ ਸਕਦਾ? ਨਹੀਂ, ਸਾਲ ਦਾ ਤੇ ਨਹੀਂ ਲੋਕ ਲੈਂਦੇ, 6 ਮਹੀਨੇ ਦਾ। 6 ਮਹੀਨੇ ਦਾ ਸਾਈਲੇਜ ਬਣ ਜਾਂਦਾ ਤੇ ਅਗਰ ਉਹਨੂੰ ਫਿਰ ਦੁਬਾਰਾ 6 ਮਹੀਨੇ ਫਿਰ ਬਣਾ ਲਿਆ ਜਾਏ, ਫਿਰ ਬਣਾ ਲਿਆ ਜਾਏ, ਯਾਨੀ ਕਿ ਉਹ ਪੂਰਾ ਸਾਲ ਸਾਲੇ ਦੇ ਕੰਮ ਚੱਲ ਸਕਦਾ ਹੈ। ਤੇ ਹਰਾ ਚਾਰਾ ਜਿਹੜਾ ਵੇ ਉਹਦੀ ਕੋਈ ਖਾਸ ਜ਼ਰੂਰਤ ਨਹੀਂ ਪਏਗੀ ਉਹਨੂੰ? ਨਹੀਂ, ਜ਼ਰੂਰਤ ਇਹ ਹੈ ਕਿ ਡੰਗਰ ਦੀ ਜਿਹੜੀ ਸਾਡੇ ਇਲਾਕੇ ਦੇ ਵਿੱਚ ਨਸ਼ਵੋ ਨਮਾ ਹੈ ਨਾ, ਉਹ ਜਿਹੜਾ ਸਾਈਲੇਜ ਹੋਏਗਾ ਉਹ ਇੱਕ ਤਕਰੀਬਨ ਉਹਦਾ ਵੰਡੇ ਤੌਰ ਵੀ ਹੋਵੇਗਾ, ਉਹ ਵੰਡਾ ਹੀ ਹੋਏਗਾ, ਉਹ ਵੰਡਾ ਵੀ ਹੋਏਗਾ ਔਰ ਹਰਾ ਵੀ ਵਿੱਚ ਹਰਾ ਵੀ ਹੋਏਗਾ। ਸਾਈਲੇਜ ਜਿਹੜਾ ਨਾ ਉਹ ਦੋਨੋਂ ਚੀਜ਼ਾਂ ਨੂੰ ਕੰਮ ਦੇਗਾ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਅਗਰ ਪੈਲੀ ਨਹੀਂ ਔਰ ਉਹ ਸਾਈਲੇਜ ਬਣਾ ਲੇ ਤੇ ਉਹ ਸਾਰਾ ਜਿਹੜਾ ਨਾ ਸੀਜ਼ਨ ਲਗਾ ਸਕਦਾ। ਬਿਲਕੁਲ ਲਗਾ। ਇੱਕ ਗੱਲ ਕਲੀਅਰ ਹੋ ਗਈ। ਹੁਣ ਇੱਕ ਬੰਦਾ ਕਹਿੰਦਾ ਹੈ ਕਿ ਮੈਂ ਤੂੜੀ ਇਕੱਠੀ ਐਨੀ ਕਰ ਲਾਂ ਕਿ ਵਿੱਚ ਚੋਖਰ ਪਾ ਕੇ ਵਿੱਚ ਵੰਡੇ ਛੰਡੇ ਪਾ ਕੇ ਤੇ ਮੈਂ ਤੂੜੀ ਤੇ ਕੰਮ ਚਲਾ ਲਾਂ ਤੇ ਹਰਾ ਪੱਠਾ ਨਾ ਪਾਵਾਂ, ਉਹਦਾ ਕੰਮ ਚੱਲ ਸਕਦਾ? ਚੱਲ ਸਕਦਾ। ਸਹੀ ਹੈ। ਇਹਨੂੰ ਉਹਨੂੰ ਹਰੇ ਦੀ ਜ਼ਰੂਰਤ ਨਹੀਂ? ਦੇਖੋ ਜੀ, ਕੋਈ ਜ਼ਰੂਰਤ ਨਹੀਂ ਉਹਨੂੰ, ਇਹ ਰੁਟੀਨ ਆਪਣੀ ਆਪਣੀ ਹੁੰਦੀ ਹੈ। ਅੱਛਾ, ਉਹ ਸਗੋਂ ਸੌਖਾ ਰਹਿੰਦਾ। ਠੀਕ ਹੈ। ਜਿਸ ਬੰਦੇ ਨੇ ਆਪਣਾ ਤੂੜੀ ਰੱਖ ਲਈਏ, ਵੰਡਾ ਉਹਨੇ ਰੱਖ ਲਿਆ, ਉਹਨੂੰ ਕੀ ਜ਼ਰੂਰਤ ਹੈ ਇਹਨਾਂ ਨੂੰ ਬਾਹਰ ਖੋਲਣ ਦੀ? ਉਹ ਸਿਰਫ ਤਾਰੀ ਸ਼ਾਰੀ ਲਵਾ ਲੇ, ਟਰਪੈਨ ਤੇ ਆਪਣੀ ਤੇ ਲਵਾ ਲਵੇ, ਦਰਿਆ 'ਚ ਲਵਾ ਲਵੇ, ਤੇ ਉਹਨੇ ਤੇ ਸੁੱਕਾ ਪੱਠਾ ਟਾਈਮ ਸਿਰ ਤੇ ਵੰਡਾ ਪਾਣਾ ਖੁਰਲੀਆਂ 'ਚ ਤੇ ਉਹਨਾਂ ਨੂੰ ਖਵਾਣਾ, ਦੁੱਧ ਕੱਢ ਲੈਣਾ। ਜ਼ਬਰਦਸਤ। ਉਹ ਇਹਨਾਂ ਨਾਲੋਂ ਸੌਖਾ ਰਹਿੰਦਾ। ਸਹੀ ਹੈ। ਇਹਨਾਂ ਨੇ 4-4 5 ਨੌਕਰ ਰੱਖਣੇ ਨੇ, ਕਿਸੇ ਨੇ ਪੱਠੇ ਲੈਣ ਜਾਣਾ, ਕਿਸੇ ਨੇ ਸੁੱਕਾ ਲੈਣ ਜਾਣਾ, ਲੇਕਿਨ ਉਹਦੇ ਇੱਕ ਮਾਲਦਾਰੀ ਕਾਰੋਬਾਰੀ ਲੈਣਾ ਨਾ। ਜੀ ਜੀ। ਉਹਨੇ ਸਟਾਕ ਕੀਤਾ ਹੋਣਾ। ਬਿਲਕੁਲ। ਉਹਦੀਆਂ ਮੁਲਾਜ਼ਮਾਂ ਨੇ ਤੂੜੀ ਸੁੱਟਣੀ ਹੈ, ਉੱਤੇ ਵੰਡਾ ਸੁੱਟਣਾ, ਉੱਤੇ ਪਾਣੀ ਛੱਡ ਦੇਣਾ। ਤੇ ਅਗਰ ਨਿਰੀ ਤੂੜੀ ਪਾਈ ਜਾਏ, ਨਿਰਾ ਸਾਈਲੇਜ ਪਾਇਆ ਜਾਏ ਤੇ ਡੰਗਰ ਨੂੰ ਨੁਕਸਾਨ ਤੇ ਨਹੀਂ ਹੁੰਦਾ? ਕੋਈ ਨੁਕਸਾਨ ਨਹੀਂ। ਹਰੇ ਦੀ ਕਿੰਨੀ ਕੁ ਜ਼ਰੂਰਤ ਹੁੰਦੀ ਹੈ ਡੰਗਰ ਨੂੰ? ਡੰਗਰ ਨੂੰ ਦੇਖੋ ਜੀ, ਹਰੇ ਦੀ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ, ਲੇਕਿਨ ਸਾਡੇ ਲੋਕਾਂ ਦੇ ਕੋਲ ਆਮ ਹੁੰਦਾ ਜਿਹਦੀ ਵਜ੍ਹਾ ਨਾਲ ਪਾਉਂਦੇ ਨੇ। ਸਹੀ ਹੈ। ਔਰ ਇਹ ਕੋਈ ਜ਼ਰੂਰੀ ਨਹੀਂ। ਹੁਣ ਅਸਾਂ ਅੱਗੋਂ, ਮੇਰਾ ਮਤਲਬ ਹੈ ਜਿਹੜਾ ਸਾਡੇ ਕੋਲ ਹਰਾ ਨਹੀਂ ਹੋਣਾ, ਇਹ ਚਰੀਆਂ ਤੋਂ ਬਾਅਦ ਇਹ ਭੋ ਤੇ ਵੰਡੇ ਖਾਣੇ ਨੇ। ਠੀਕ ਹੋ ਗਿਆ। ਇਹ ਸਾਡੇ ਕੋਲ ਤੇ ਐਸਾ ਜ਼ਰੀਆ ਹੈ ਨਾ। ਸਹੀ ਹੈ। ਅਗਰ ਸਾਡੇ ਕੋਲ ਇਹ ਜ਼ਰੀਆ ਨਾ ਹੋਵੇ ਤੇ ਫਿਰ ਉਹੀ ਹੱਲ ਹੈ। ਤੇ ਉਹੀ ਹੱਲ। ਤੇ ਅਗਰ ਅਸੀਂ ਉਹਨੂੰ ਵੰਡਾ ਪਾਉਂਦੇ ਆ, ਤੂੜੀ ਪਾਉਂਦੇ ਆ ਜੀ, ਤੇ ਜਾਨਵਰ ਹੀਟ ਤੇ ਨਹੀਂ ਕਰ ਜਾਂਦਾ? ਨਹੀਂ ਨਹੀਂ ਨਹੀਂ, ਕੋਈ ਕੁਝ ਲੋਕ ਕਹਿੰਦੇ ਨੇ ਬਹੁਤ ਜ਼ਿਆਦਾ ਵੰਡਾ ਪਾਉਣ ਨਾਲ ਜਾਨਵਰ ਹੀਟ ਕਰ ਜਾਂਦਾ। ਉਹ ਪਤਾ ਕੀ ਬਾਤ ਹੈ, ਅਗਰ ਤੁਸੀਂ ਦੇਖਦੇ ਹੋ ਮੱਝ 10 ਮਣ ਦੀ ਹੈ, ਉਹਦੇ ਹਿਸਾਬ ਨਾਲ ਤੁਸੀਂ ਪੱਠੇ ਪਾਉਂਦੇ ਹੋ, ਵਿੱਚ ਤੁਸੀਂ ਲਾਲਚ ਕਰਦੇ ਹੋ ਕਿ ਮੈਂ ਬਹੁਤਾ ਵੰਡਾ ਪਾਵਾਂਗਾ, ਦੁੱਧ ਦੇਗਾ ਜ਼ਿਆਦਾ, ਲੇਕਿਨ ਨਹੀਂ, ਜਾਨਵਰ ਵੱਲ ਦੇਖੋ ਕਿ ਜਾਨਵਰ ਦੇ ਵਜੂਦ ਦੇ ਮੁਤਾਬਕ ਉਹਨੂੰ ਵੰਡਾ ਪਾਓ। ਸਹੀ ਹੈ। ਹਾਲਾਂਕਿ ਕਈ ਲੋਕ ਕਹਿੰਦੇ ਨੇ ਜੀ ਧੜੀ ਵੰਡਾ ਹੋਣਾ ਚਾਹੀਦਾ। ਮੈਂ ਕਹਿੰਦਾ ਜੀ ਸਾਡੇ ਇਲਾਕੇ ਦੇ ਵਿੱਚ 3 ਕਿਲੋ ਵੰਡਾ ਬੜੀ ਫਨਕਾਰ ਮੱਝ ਹੋਵੇ, ਖਲ ਅੱਧਾ ਕਿਲੋ ਉਹਨੂੰ ਮਿੱਠੀ ਖਲ, 2 ਕਿਲੋ ਚੋਕਰ ਲਾ ਲਓ। ਸਹੀ ਹੈ। ਬੜੀ ਫਨਕਾਰ ਮੱਝ ਨੂੰ ਦਿਹਾੜੀ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। ਅੱਛਾ, ਯਾਨੀ ਕਿ ਅਗਰ 3 ਕਿਲੋ ਨੂੰ ਤੁਸੀਂ ਪਾ ਦਿੰਦੇ ਹੋ ਤੇ ਉਹ ਉਹਦੇ ਵਾਸਤੇ ਮੁਤਵਾਜ਼ਨ ਰਹੇਗਾ। ਹਾਂ ਬਿਲਕੁਲ। ਕੁਝ ਲੋਕ ਕਹਿੰਦੇ ਨੇ ਜਿਹੜੀ ਮਿੱਠੀ ਖਲ ਹੈ ਜੀ, ਇਹ ਨੁਕਸਾਨਦੇਹ ਹੈ। ਨੁਕਸਾਨਦੇਹ ਹੈ ਜੀ, ਲੋਕ ਇਹਨੂੰ ਵੀ ਤਰੀਕੇ ਨਾਲ ਨਹੀਂ ਨਾ ਪਾਉਂਦੇ। ਕਈ ਲੋਕ ਐਸੇ ਨੇ, ਉਹ ਖਲ ਲਿਆਂਦੀ ਨੇ ਬੋਰੀ ਤੇ ਉਹਨੇ ਸੋਚਣਾ ਮੱਝਾਂ ਰਲ ਜਾਣਗੀਆਂ, ਉਹ ਸੁੱਕੀ ਸੁੱਟ ਦੇਗਾ। ਉਹ ਸੁੱਕੀ ਖਲ ਜਿਹੜੀ ਹੈ ਨੁਕਸਾਨ ਦਿੰਦੀ ਹੈ, ਥਣਾ ਤੇ ਅਸਰ ਕਰ ਜਾਂਦੀ ਹੈ। ਇਹਨੂੰ ਵੀ ਚਾਹੀਦਾ ਗਰਮੀਆਂ ਸਰਦੀਆਂ ਜਦੋਂ ਤੁਸੀਂ ਖਲ ਪਾਉਂਦੇ ਹੋ, ਖਲ ਹਮੇਸ਼ਾ ਗਰਮੀਆਂ 'ਚ ਠੰਡੀ ਪਾਓ, ਪਰ ਠੰਡੇ ਪਾਣੀ 'ਚ ਭਿਓ ਦਿਓ। ਸਹੀ ਹੈ। ਜਦੋਂ ਤੁਸੀਂ ਸਰਦੀਆਂ 'ਚ ਪਾਣੀ ਹੈ, ਉਹਨੂੰ ਗਰਮ ਪਾਣੀ 'ਚ ਭਿਓ ਦਿਓ। ਸਹੀ ਹੈ। ਜਿਹੜਾ ਨੀਮ ਗਰਮ ਹੁੰਦਾ ਹੈ, ਤਾਜ਼ਾ ਪਾਣੀ। ਜੀ। ਤੇ ਫਿਰ ਉਹਦਾ ਨੁਕਸਾਨ ਨਹੀਂ ਹੋਏਗਾ? ਉਹਦਾ ਕੋਈ ਨੁਕਸਾਨ ਨਹੀਂ ਹੋਏਗਾ, ਥਣਾ ਦਾ ਨੁਕਸਾਨ ਨਹੀਂ ਹੋਏਗਾ। ਇਹ ਤੇ ਸਾਡੀਆਂ ਆਪਣੀਆਂ, ਮੇਰਾ ਮਤਲਬ ਬਾਤਾਂ ਨੇ ਬਈ ਉਹ ਜੀ ਸੁੱਕੀ ਖਲ ਪਾਈ ਥਣ ਤਬਾਹ ਹੋ ਗਏ। ਸੁੱਕੀ ਖਲ ਪਾਣੀ ਠੀਕ ਤੇ ਨਹੀਂ ਨਾ। ਅੱਛਾ, ਤੁਸੀਂ ਇਹ ਦੱਸੋ ਕਿ ਹੋਰ ਸਾਡੇ ਜਿਹੜੇ ਫਾਰਮਰ ਹਜ਼ਰਾਤ ਨੇ ਜੀ, ਉਹ ਕਿਹੜੀਆਂ ਕਾਮਨ ਗਲਤੀਆਂ ਕਰਦੇ ਨੇ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਔਰ ਉਹ ਅਣਜਾਣੇ 'ਚ ਕਰ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ? ਜੀ ਜੀ। ਉਹ ਕਿਹੜੀਆਂ ਕਾਮਨ ਗਲਤੀਆਂ ਜਿਹੜੀ ਤੁਸੀਂ ਨੋਟ ਕੀਤੀਆਂ ਨੇ? ਦੇਖੋ ਜੀ, ਹੁਣ ਸਾਡੇ ਕੋਲ ਆ ਜਾ ਕੇ ਨਾ, ਇਹ ਖਾਸ ਕਰਕੇ ਇਹ ਛੋਟਾ ਮਾਲ ਜਿਹੜਾ ਨਾ ਕੱਟੀ ਜਾਂ ਬੱਚੀਆਂ ਬੱਚੇ, ਅਸੀਂ ਇਹਨਾਂ ਦੀ ਪੂਰੀ ਕੇਅਰ ਨਹੀਂ ਕਰਦੇ। ਸਾਨੂੰ ਲਾਲਚ ਹੁੰਦਾ ਸਿਰਫ ਦੁੱਧ ਦਾ। ਸਹੀ ਹੈ।
ਅਸਾਂ ਦੁੱਧ ਵਾਲਾ ਕੰਮ ਕਰਨਾ ਤੇ ਇਹਨਾਂ ਨੂੰ ਦੁੱਧ ਦੇਣਾ ਤੇ ਮौज ਮੇਲਾ ਕਰਨਾ। ਅਸੀਂ ਇਹਨਾਂ ਨੂੰ ਮੇਰਾ ਮਤਲਬ ਟਾਈਮ ਦੀ ਖੁਰਾਕ ਉਹਨਾਂ ਨੂੰ ਵੀ ਬਰਾਬਰ ਦੀ ਦਈਏ। ਸਾਡੀ ਤਿਆਰੀ ਫੜ ਜਾਂਦੀਆਂ ਛੇਤੀ, ਅਗਰ ਨਾ ਦਿਆਂਗੇ ਤੇ ਮਾਰ ਹੀ ਪੈਣੀ। ਬਿਲਕੁਲ ਸਹੀ ਹੋ ਗਿਆ। ਇਹ ਦੇਖੋ ਜੀ, ਮਵੇਸ਼ੀ 'ਚ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ। ਅੱਛਾ, ਯਾਨੀ ਤੁਸੀਂ ਇਹ ਸਮਝਦੇ ਹੋ ਕਿ ਇਹ ਬੜੀ ਵੱਡੀ ਗਲਤੀ ਹੈ ਇਹਨਾਂ ਲੋਕਾਂ ਦੀ ਜੀ, ਜਿਹੜਾ ਇਹ ਮਤਲਬ ਜਾਵਾਂ ਨੂੰ ਨਹੀਂ ਪਾਲਦੇ ਹੋ ਜੀ ਜੀ, ਤੇ ਇਹ ਇੱਕ ਉਹਨਾਂ ਦੀ ਬੜੀ ਵੱਡੀ ਗਲਤੀ ਹੈ। ਬਿਲਕੁਲ ਸਹੀ ਹੋ ਗਿਆ। ਹੋਰ ਕਿਹੜੀ ਗਲਤੀ ਸਮਝਦੇ ਹੋ? ਅੱਛਾ, ਜਾ ਤੋਂ ਮੈਨੂੰ ਯਾਦ ਆਇਆ ਕਿ ਅਗਰ ਜਾ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਏ, ਉਹਨੂੰ ਸਭ ਤੋਂ ਪਹਿਲੇ ਮੈਨੂੰ ਦੱਸਿਓ ਕਿ ਦੁੱਧ ਉਹਦੀ ਮਾਂ ਦਾ ਕਿੰਨੀ ਦੇਰ ਤੱਕ ਪਿਲਾਈਏ? ਦੇਖੋ ਜੀ, ਜਿਹੜਾ ਨਾ ਜਾ, ਇਹ ਤੇ ਮਾਂ ਦਾ ਦੁੱਧ ਤਕਰੀਬਨ 2 ਮਹੀਨੇ ਤੇ ਉਹਨੂੰ ਪ੍ਰਾਪਰ ਦੇਣਾ ਚਾਹੀਦਾ। ਸਹੀ ਹੈ। ਕਿੰਨੇ ਥਣ? 2। ਉਸ ਤੋਂ ਬਾਅਦ ਤੁਸੀਂ ਇੱਕ ਥਣ ਕਰ ਦਿਓ। ਅੱਛਾ, 2-3 ਮਹੀਨੇ ਇੱਕ ਥਣ ਦਿਓ। ਆਸਾ ਆਸਾ ਉਹਨੂੰ ਮਤਲਬ ਜਦੋਂ ਮਹੀਨੇ ਦਾ ਹੋ ਜਾਂਦਾ ਨਾ, ਉਹਨੂੰ ਤੁਸੀਂ ਵੰਡਾ ਗਜਾ ਦਿਓ। ਅੱਛਾ, ਉਹ ਆਪਣੇ ਜਿਸ ਤਰ੍ਹਾਂ ਦੂਸਰਿਆਂ ਅੱਗੇ ਪਾਉਂਦੇ ਉਹਨਾਂ ਨੂੰ ਅੱਗੇ ਵੀ ਰੁੱਗ ਪਾ ਦਿਓ। ਸਹੀ ਹੈ। ਤੇ ਜਿਹੜਾ ਅਸੀਂ ਕਹਿੰਦੇ ਕਿ ਜਾਨ ਮਰ ਜਾਂਦੇ ਨੇ, ਉਹਦੀ ਵਜ੍ਹਾ ਕੀ ਹੁੰਦੀ ਹੈ? ਵਜ੍ਹਾ ਇਹ ਹੁੰਦੀ ਜੀ, ਕਿਰਮ ਸ਼ਿਰਮ ਹੋ ਗਏ ਤੇ ਗਰਮੀ ਸ਼ਰਮੀ ਦੀ ਵਜ੍ਹਾ ਨਾਲ, ਸਰਦੀ ਸਿਆਲ ਦੇ ਵਿੱਚ ਜਾਨਵਰਾਂ ਦੀ ਕੇਅਰ ਨਹੀਂ ਕੀਤੀ ਜਾਂਦੀ, ਉਹਦੀ ਠੰਡ ਹੋਣ ਨਾਲ ਕਮਜ਼ੋਰ ਹੋ ਕੇ ਮਰ ਜਾਂਦੇ ਨੇ ਵਿਚਾਰੇ। ਸਹੀ ਹੈ। ਇੱਕ ਤੇ ਹੋ ਗਿਆ ਨਾ ਕਿ ਉਹਨਾਂ ਦੀ ਕੇਅਰ ਨਹੀਂ ਕੀਤੀ ਜਾਂਦੀ, ਦੂਸਰਾ ਦੁੱਧ ਵੀ ਛਡਾ ਲੈਣਾ ਜਾਂ ਮਾਂ ਕੋਲੋਂ ਬਛੜਾ ਖੋਹ ਲੈਣਾ, ਉਹ ਵੀ ਇੱਕ ਵਜ੍ਹਾ ਹੋ ਸਕਦੀ ਹੈ। ਬਿਲਕੁਲ। ਹੁਣ ਅਸੀਂ ਜਾ ਦੀ ਬੜੀ ਸੇਵਾ ਕਰਨੇ ਆ, ਉਹਨੂੰ 3 ਦੀ ਬਜਾਏ 5 ਮਹੀਨੇ ਦੁੱਧ ਪਿਲਾ ਦਿੰਦੇ ਆ, 6 ਮਹੀਨੇ ਦੁੱਧ ਪਿਲਾ ਦਿੰਦੇ ਆ, ਨਾਲ ਵੰਡਾ ਚਾਰਾ ਉਹਨੂੰ ਅਸੀਂ ਆਜ਼ਾਦ ਰੱਖਨੇ ਆ। ਬਿਲਕੁਲ। ਵੱਛੀ ਏ ਤੇ ਜਾਂ ਕੱਟੀ ਏ, ਉਹ ਕਿੰਨੀ ਦੇਰ ਬਾਅਦ ਬਣ ਜਾਏਗੀ? ਨਵੀਂ ਕਿੰਨੀ ਦੇਰ ਬਾਅਦ ਹੋਈ? ਦੇਖੋ ਜੀ, ਜਿਹੜੀ ਹੈ ਨਾ, ਇਹ ਮੈਂ ਆਪਣੇ ਘਰ ਦੀ ਗੱਲ ਦੱਸਣਾ ਤੁਹਾਨੂੰ ਕਿ 14 ਮਹੀਨਿਆਂ ਬਾਅਦ ਮੈਂ ਵੱਛੀ ਜਿਹੜੀ ਹੈ ਨਾ, ਉਹ ਨਵੀਂ ਕਰਾ ਕੇ ਨਵੇਂ ਦੁੱਧ ਕਰਾ ਖੜੀ। ਜ਼ਿੰਦਾਬਾਦ ਜ਼ਿੰਦਾਬਾਦ। 14 ਮਹੀਨਿਆਂ ਬਾਅਦ? 14 ਮਹੀਨਿਆਂ ਬਾਅਦ। 14 ਮਹੀਨਿਆਂ ਬਾਅਦ ਇਹਦਾ ਯਾਨੀ ਨਵੀਂ ਹੋ ਗਈ ਜੀ। ਸਹੀ ਹੈ। ਤੇ ਕੱਟੀ ਜਿਹੜੀ ਹੈ ਨਾ, ਇਹ ਜਿਹੜੀ ਮੱਝ ਤੁਹਾਨੂੰ ਮੈਂ ਗੱਲ ਸੁਣਾਣਾ ਪਿਆ ਕਿ 40 ਮੱਝਾਂ ਚੋਂ ਨਸ ਕੇ ਢੋਰਾਂਦੀ ਹੈ। ਸਹੀ ਹੈ। ਇਹ 2 ਸਾਲ ਦੀ ਨਵੇਂ ਦੁੱਧ ਹੋਈ ਜੀ। ਅੱਛਾ, ਇੱਥੇ ਆਮ ਗੁੱਜਰਾਂ ਕੋਲ ਤੁਸੀਂ 2 ਤੇ ਇਹਦਾ ਮਤਲਬ ਹੈ ਫਿਰ ਅਸੀਂ ਕਿਸਾਨ ਜਿਹੜੇ ਆ, ਉਹ ਇਹ ਬੜੀ ਗਲਤੀ ਕਰ ਜਾਂਦੇ ਆ ਕਿ ਅਸੀਂ ਛੋਟੇ ਜਾਵਾਂ ਦੀ ਉਂਝ ਸੇਵਾ ਨਹੀਂ ਕਰਦੇ। ਇੱਕ ਤੇ ਗਲਤੀ ਇਹ ਹੋ ਗਈ। ਇਸ ਤੋਂ ਇਲਾਵਾ ਚਾਰੇ 'ਚ ਔਰ ਦੁੱਧ 'ਚ ਕਿਹੜੀ ਗਲਤੀ ਕਰਨੇ ਆ? ਚਾਰੇ 'ਚ ਅਸੀਂ ਕੀ ਕਮੀ ਕਰ ਜਾਂਦੇ ਆ ਕਿ ਦੁੱਧ ਘਟ ਜਾਂਦਾ ਔਰ ਦੁੱਧ ਜਿਹੜਾ ਸਾਡਾ ਘਟ ਜਾਂਦਾ ਉਹਨਾਂ 'ਤੇ ਸਾਡਾ ਨੁਕਸਾਨ ਵੀ ਹੁੰਦਾ। ਇਹਨਾਂ ਦੀਆਂ ਇਹ 2 ਗਲਤੀਆਂ ਸਾਨੂੰ ਦੱਸਿਓ, ਚਾਰੇ ਦੇ ਹਵਾਲੇ ਨਾਲ ਔਰ ਦੁੱਧ ਘਟ ਲੈਣ ਦੇ ਹਵਾਲੇ ਨਾਲ। ਦੇਖੋ ਜੀ, ਬਾਤ ਅਸਲ ਵਿੱਚ ਇਹ ਹੈ ਕਿ ਅਸੀਂ ਹੁਣ ਇਹ ਮੱਝਾਂ ਰੱਖੀਆਂ ਨੇ ਜੀ, ਇਹਨਾਂ ਨੂੰ ਰੋਜ਼ ਰੂਟੀਨ ਨਾਲ ਪੱਠੇ ਪਾਉਂਦੇ ਰਹਿੰਦੇ ਆ ਜੀ। ਜੇ ਇਹਨਾਂ ਦੀ ਅਸੀਂ ਥੋੜੀ ਜਿਹੀ ਕੇਅਰ ਘੱਟ ਕਰਾਂਗੇ ਤੇ ਇਹਨਾਂ ਨੇ ਲਾਜ਼ਮੀ, ਮੇਰਾ ਮਤਲਬ ਦੂਜੇ ਦਿਨ ਸਾਨੂੰ ਦੇਣਾ ਕੀ ਹੈ। ਤੇ ਜੇ ਅਸੀਂ ਇਹਨਾਂ ਦੀ ਕੇਅਰ ਬਰਾਬਰ ਕਰਦੇ ਰਾਂਗੇ, ਡੋਲਣਗੀਆਂ ਨਹੀਂ, ਦੁੱਧ ਬਰਾਬਰ ਦਿੰਦੀਆਂ ਰਹਿਣਗੀਆਂ। ਇਹ ਤੇ ਮਾਲਕ ਤੇ ਮਨਸਰ ਹੈ। ਅੱਛਾ, ਦੁੱਧ ਦੀ ਮੈਂ ਗੱਲ ਇਸ ਵਾਸਤੇ ਕਰ ਰਿਹਾ ਵਾਂ ਕਿ ਸਾਡੇ ਕਿਸਾਨ ਭਰਾ ਬੜੀ ਗਲਤੀ ਕਰ ਜਾਂਦੇ ਨੇ। ਬਾਜ਼ ਕੱਦ ਮੱਝ ਦੁੱਧ ਦੇ ਰਹੀ ਹੁੰਦੀ ਹੈ 10 ਕਿਲੋ ਜੀ, ਆਹਿਸਤਾ ਉਹ ਦੁੱਧ ਘਟਾਉਣਾ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹ ਘਟਾਉਂਦੀ ਏ ਤੇ ਉਹ ਫਿਰ ਫਾਰਮਰ ਜਿਹੜਾ ਵੇ ਉਹ ਪਹਿਲੇ ਤੇ ਬੜਾ ਖੁਸ਼ ਹੁੰਦਾ ਜਦੋਂ ਤਾਜ਼ੀ ਮੱਝ ਹੁੰਦੀ ਏ, ਨਵੀਂ ਹੁੰਦੀ ਏ, ਦੁੱਧ ਖੁੱਲਾ ਦਿੰਦੀ ਏ। ਲੇਕਿਨ ਜਦੋਂ ਉਹ ਘਟਾਉਣ ਲੱਗ ਪੈਂਦੀ ਏ, ਫਿਰ ਉਹ ਸਿਰ ਤਰ੍ਹਾਂ ਬਾਹਾਂ ਰੱਖ ਕੇ ਰੋਂਦੇ ਨੇ। ਉਹ ਇਸ ਗਲਤੀ ਤੋਂ ਕਿਸ ਤਰ੍ਹਾਂ ਬਚਣ, ਯਾਨੀ ਕਿ ਮੱਝ ਦੀ ਲਾਮ ਕਿਸ ਤਰ੍ਹਾਂ ਵਧਾਈ ਜਾਏ ਕਿ ਜ਼ਿਆਦਾ ਦੁੱਧ ਦੇ? ਦੇਖੋ ਜੀ, ਮੱਝਾਂ ਕਈਆਂ ਐਸੀਆਂ ਹੁੰਦੀਆਂ ਨੇ, ਔਰ ਸੂਣ ਤੋਂ ਬਾਅਦ ਫੌਰੀ ਤੌਰ ਤੇ ਮਹੀਨੇ ਬਾਅਦ ਲੱਗ ਗਈ ਹੈ। ਠੀਕ ਹੈ। ਉਹਨੇ ਮੇਰਾ ਮਤਲਬ ਬੜੀ ਕਰੇਗੀ 6 ਮਹੀਨੇ ਤੁਹਾਨੂੰ ਦੁੱਧ ਦੇਗੀ। ਸਹੀ ਹੈ। 7ਵੇਂ ਮਹੀਨੇ ਉਹਨੇ ਗਿਰਨਾ ਸ਼ੁਰੂ ਹੋ ਜਾਣਾ, ਥੱਲੇ ਆ ਜਾਣਾ। ਸਹੀ ਹੈ। ਤੇ ਜੇ ਅਸੀਂ ਕਹੀਏ ਕਿ 12 ਮਹੀਨੇ ਇੱਕ ਜੈਸੀ ਰਵੇ ਤੇ ਉਹ ਤੇ ਤਵੱਕੋ ਹੀ ਨਹੀਂ ਹੋ ਸਕਦੀ। ਉਹ ਤੁਹਾਡੀ ਗੱਲ ਸਹੀ ਹੈ, ਲੇਕਿਨ ਬਾਜ਼ ਔਕਾਤ ਬਗੈਰ ਕਿਸੇ ਵਜ੍ਹਾ ਤੋਂ ਦੁੱਧ ਘਟਣ ਲੱਗ ਪੈਂਦਾ ਔਰ ਲੋਕ ਸਮਝਦੇ ਨੇ ਕਿ ਅਸੀਂ ਹੁਣ ਨੁਕਸਾਨ 'ਚ ਜਾਂਦੇ ਆ ਪਏ, ਤੇ ਉਹਦਾ ਫਿਰ ਕੀ ਹੱਲ ਕੱਢੀਏ? ਭਾਜੀ, ਉਹਦਾ ਹੱਲ ਇਹ ਆ ਕਿ ਤੁਸੀਂ ਇਹ ਸੋਚੋ ਕਿ ਡੰਗਰਾਂ ਦੇ ਵਿੱਚ ਅਸੀਂ ਰਹਿੰਦੇ ਆ, ਉਹਨਾਂ ਦੀ ਭਾਈ ਅਸਾਂ ਇਹਨੂੰ ਦਵਾਈ ਵੀ ਦਿੱਤੀ ਹੈ ਕਿਰਮਾਂ ਦੀ ਕਿ ਨਹੀਂ? ਹਾਂ, ਇਹੀ ਗੱਲ ਮੈਂ ਪੁੱਛ ਰਿਹਾ ਕਿ ਇੱਕ ਮੱਝ ਬਣੀ ਵੀ ਨਹੀਂ, ਨਵੀਂ ਵੀ ਨਹੀਂ, ਉਹ ਕੋਈ ਵਜ੍ਹਾ ਵੀ ਨਹੀਂ ਤੇ ਉਹ ਆਪਣੇ ਦੁੱਧ ਤੋਂ ਥੱਲੇ ਆ ਗਈ ਹੈ। ਬਿਲਕੁਲ। ਤੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਕਿ ਹੁਣ ਇਹਦਾ ਅਸੀਂ ਪੂਰ ਕਿਸ ਤਰ੍ਹਾਂ ਕਰੀਏ? ਬਿਲਕੁਲ। ਤੇ ਉਹ ਫਿਰ ਉਹਦਾ ਕੇਅਰ ਦੀ ਵਜ੍ਹਾ ਹੈ, ਉਹ ਕੇਅਰ ਦੀ ਵਜ੍ਹਾ ਕਮਜ਼ੋਰ ਹੁੰਦੀ ਜਾਏਗੀ, ਉਹ ਦੁੱਧ ਘਟਾਉਂਦੀ ਜਾਏਗੀ। ਫਿਰ ਆਪਣੇ ਦਿਲ ਵਿੱਚ ਇਹ ਸੋਚੋ ਕਿ ਕਿਹੜੀ ਕਮੀ ਹੈ ਜਿਹਦੀ ਵਜ੍ਹਾ ਨਾਲ ਦੁੱਧ ਘਟਾ ਰਹੀ ਹੈ। ਇਹ ਦਵਾਈ ਦਿਓ ਉਹਨਾਂ ਨੂੰ ਤਾਂ ਕਿ ਉਹ ਸਾਫ਼ ਹੋਵੇ, ਦੁਬਾਰਾ ਉਹੋ ਹੀ ਪੱਠੇ ਖਾਈ ਬਰਾਬਰ ਹੋ ਜਾਏਗੀ। ਜ਼ਬਰਦਸਤ, ਕੀ ਬਾਤ।